ਦੋਸਤੋ, ਇਸ ਕਹਾਣੀ ਦਾ ਸਹੀ ਮਜ਼ਾ ਲੈਣ ਲਈ ਹੈੱਡਫੋਨਸ ਜ਼ਰੂਰ ਲਗਾਓ। ਇਹ ਸੱਚੀ ਘਟਨਾ ਹੈ ਜਿਸ ਨੂੰ ਆਪਣੀ ਅੱਖਾਂ ਸਾਹਮਣੇ ਘਟਦਾ ਹੋਇਆ ਮਹਿਸੂਸ ਕਰੋ। ਤਾਂ ਫਿਰ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਦੋਸਤੋ, ਮੇਰਾ ਨਾਮ ਕਾਸ਼ਵੀ ਹੈ ਅਤੇ ਮੈਂ ਮਹਾਰਾਸ਼ਟਰ ਤੋਂ ਹਾਂ। ਇਹ ਇੱਕ ਸੱਚੀ ਘਟਨਾ ਹੈ ਜੋ ਮੇਰੇ ਨਾਲ ਉਦੋਂ ਵਾਪਰੀ ਜਦੋਂ ਮੈਂ 10ਵੀਂ ਵਿੱਚ ਪੜ੍ਹਦੀ ਸੀ। ਸਾਡੇ ਸਕੂਲ ਨੇ ਸਾਡੇ ਲਈ ਮੈਸੂਰ ਜਾਣ ਦਾ ਪ੍ਰੋਗਰਾਮ ਬਣਾਇਆ ਸੀ। ਸਾਨੂੰ ਉਸ ਦਿਨ ਸਵੇਰੇ 10 ਵਜੇ ਸਕੂਲ ਬੁਲਾਇਆ ਗਿਆ। ਸਾਡੇ ਸਕੂਲ ਨੇ ਉਸ ਯਾਤਰਾ ਲਈ 12 ਗੱਡੀਆਂ ਦਾ ਪ੍ਰਬੰਧ ਕੀਤਾ ਸੀ। ਸਾਡੀ ਬੱਸ ਸਭ ਤੋਂ ਮਗਰ ਖੜੀ ਸੀ। ਅਸੀਂ ਸਾਰੀ ਸਹੇਲੀਆਂ ਬੱਸ ਵਿੱਚ ਬੈਠ ਗਈਆਂ। ਥੋੜ੍ਹੀ ਦੇਰ ਬਾਅਦ ਬੱਸ ਫਿਰ ਰਵਾਨਾ ਹੋ ਗਈ। ਰਸਤੇ ਵਿੱਚ ਅਸੀਂ ਸਾਰੀ ਸਹੇਲੀਆਂ ਗਾ ਰਹੀਆਂ ਸਨ, ਹੱਸ ਰਹੇ ਸਨ ਅਤੇ ਖੇਡ ਰਹੀਆਂ ਸਨ। ਅਸੀਂ ਰਸਤੇ ਵਿੱਚ ਇੱਕ ਸੰਘਣੇ ਜੰਗਲ ਵਿੱਚੋਂ ਦੀ ਲੰਘਣਾ ਸੀ। ਉਸ ਸੜਕ ਦੇ ਦੂਰ ਦੂਰ ਤੱਕ ਕਿਸੇ ਮਨੁੱਖ ਦਾ ਕੋਈ ਨਿਸ਼ਾਨ ਨਹੀਂ ਸੀ। ਉਸ ਰਸਤੇ ਤੋਂ ਲੰਘਦਿਆਂ ਮੈਨੂੰ ਅਜੀਬ ਜਿਹੀ ਘੁਟਨ ਮਹਿਸੂਸ ਹੋਣ ਲੱਗੀ। ਉਸ ਸੜਕ ਤੋਂ ਲੰਘਦਿਆਂ ਸਾਡੀ ਬੱਸ ਅਚਾਨਕ ਜੰਗਲ ਦੇ ਵਿਚਕਾਰ ਪੰਚਰ ਹੋ ਗਈ। ਸਾਡੀ ਬੱਸ ਉੱਥੇ ਹੀ ਰੋਕਣੀ ਪਈ। ਸਾਡੀ ਮੈਡਮ ਨੇ ਸਾਨੂੰ ਬੱਸ ਤੋਂ ਹੇਠਾਂ ਉਤਰਨ ਲਈ ਕਿਹਾ। ਅਸੀਂ ਸਾਰੇ ਦੋਸਤ ਬੱਸ ਤੋਂ ਹੇਠਾਂ ਉਤਰ ਗਏ। ਸਾਡੀ ਮੈਡਮ ਨੇ ਹੋਰ ਬੱਸਾਂ ਵਿੱਚ ਬੈਠੀ ਮੈਡਮਾਂ ਨੂੰ ਬੱਸ ਦੇ ਪੈਂਚਰ ਹੋਣ ਬਾਰੇ ਦੱਸਿਆ ਤੇ ਉਹਨਾਂ ਨੂੰ ਰੁਕਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਪੈਂਚਰ ਟਾਇਰ ਬਦਲਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਹੇਠਾਂ ਉਤਰਨ ਤੋਂ ਬਾਅਦ ਡਰਾਈਵਰ ਨੇ ਸਾਨੂੰ ਦੱਸਿਆ ਕਿ ਇੱਥੋਂ 200 ਮੀਟਰ ਦੀ ਦੂਰੀ ਤੇ ਇੱਕ ਛੋਟਾ ਜਿਹਾ ਢਾਬਾ ਹੈ। ਤੁਸੀਂ ਸਾਰੇ ਉੱਥੇ ਜਾ ਕੇ ਚਾਹ ਨਾਸ਼ਤਾ ਕਰੋ ਅਤੇ ਮੈਂ ਟਾਇਰ ਬਦਲ ਕੇ ਵਾਪਸ ਆ ਜਾਵਾਂਗਾ। ਸਾਡੀ ਮੈਡਮ ਬੱਸ ਦੇ ਕੋਲ ਖੜੀ ਸੀ ਅਤੇ ਸਾਡੇ ਵਿੱਚੋਂ 50 ਕੁੜੀਆਂ ਤੁਰਨ ਲੱਗੀਆਂ। ਉਹ ਜੰਗਲ ਇੰਨਾ ਸੰਘਣਾ ਸੀ ਕਿ ਸਿਰਫ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ ਸਨ। ਸਾਰੇ ਉਸ ਢਾਬੇ ਤੇ ਪਹੁੰਚ ਗਏ। ਉੱਥੋਂ ਇੱਕ ਬਜ਼ੁਰਗ ਚਾਹ ਬਣਾ ਰਿਹਾ ਸੀ। ਉਸ ਨੂੰ ਦੇਖ ਕੇ ਮੈਨੂੰ ਅਚਾਨਕ ਚੱਕਰ ਆ ਗਿਆ ਅਤੇ ਮੈਂ ਉਸ ਤੋਂ ਅੱਖਾਂ ਫੇਰ ਲਈਆਂ। ਅਸੀਂ ਸਾਰੀ ਕੁੜੀਆਂ ਨੇ ਉੱਥੇ ਚਾਹ ਪੀਤੀ। ਅਚਾਨਕ ਥੋੜ੍ਹੀ ਦੇਰ ਬਾਅਦ ਇੱਕ ਔਰਤ ਦੀ ਚੀਕਣ ਦੀ ਆਵਾਜ਼ ਉੱਚੀ ਉੱਚੀ ਸੁਣਾਈ ਦਿੱਤੀ। ਮੈਂ ਅਤੇ ਮੇਰੀ ਸਹੇਲੀਆਂ ਇਸ ਆਵਾਜ਼ ਨੂੰ ਸੁਣ ਕੇ ਘਬਰਾ ਗਈਆਂ। ਅਚਾਨਕ ਉਹ ਬੁੱਢਾ ਆਦਮੀ ਜ਼ੋਰ ਨਾਲ ਲੰਗੜਾਉਂਦਾ ਹੋਇਆ ਜੰਗਲ ਵੱਲ ਵੱਜਿਆ। ਫਿਰ ਮੇਰੇ ਇੱਕ ਸਹੇਲੀ ਨੇ ਉਲਟੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਤੁਰੰਤ ਮੈਡਮ ਨੂੰ ਫੋਨ ਕੀਤਾ ਪਰ ਫੋਨ ਪਹੁੰਚ ਤੋਂ ਬਾਹਰ ਦੱਸ ਰਿਹਾ ਸੀ। ਅਸੀਂ ਸਾਰੀ ਕੁੜੀਆਂ ਉਸ ਥਾਂ ਪਹੁੰਚ ਗਈਆਂ ਜਿੱਥੇ ਬੱਸ ਖੜੀ ਸੀ। ਉੱਤੇ ਪਹੁੰਚ ਕੇ ਅਸੀਂ ਘਬਰਾ ਗਈਆਂ। ਬੱਸ ਕਿਤੇ ਗਾਇਬ ਹੋ ਗਈ ਸੀ। ਅਸੀਂ ਸਾਰੇ ਘਬਰਾ ਗਏ ਅਤੇ ਅਸੀਂ ਸਾਰੇ ਦੁਬਾਰਾ ਢਾਬੇ ਤੇ ਚਲੇ ਗਏ। ਉਸ ਬਜ਼ੁਰਗ ਨੇ ਵੀ ਵਾਪਸ ਆ ਕੇ ਦੱਸਿਆ ਕਿ ਇਸ ਜੰਗਲ ਵਿੱਚ ਅਕਸਰ ਅਜਿਹੀਆਂ ਚੀਕਾਂ ਸੁਣਾਈ ਦਿੰਦੀਆਂ ਹਨ ਅਤੇ ਮੈਨੂੰ ਜੰਗਲ ਵਿੱਚ ਕੋਈ ਨਹੀਂ ਮਿਲਦਾ। ਉਸ ਬਜ਼ੁਰਗ ਦੀ ਗੱਲ ਸੁਣ ਕੇ ਅਸੀਂ ਹੋਰ ਵੀ ਡਰ ਗਏ। ਫਿਰ ਅਚਾਨਕ ਸਾਡੀ ਬੱਸ ਆ ਗਈ ਅਤੇ ਅਸੀਂ ਸਾਰੀ ਕੁੜੀਆਂ ਬੱਸ ਵਿੱਚ ਬੈਠ ਗਈਆਂ। ਅਸੀਂ ਮੈਡਮ ਨੂੰ ਪੁੱਛਿਆ ਕਿ ਬੱਸ ਕਿੱਥੇ ਗਾਇਬ ਹੋ ਗਈ ਸੀ ਤਾਂ ਮੈਡਮ ਨੇ ਦੱਸਿਆ ਕਿ ਟਾਇਰ ਬਦਲਿਆ ਸੀ, ਫਿਰ ਡੀਜ਼ਲ ਭਰਨ ਲਈ ਪਿੱਛੇ ਪੈਟਰੋਲ ਪੰਪ ਤੇ ਗਈ ਸੀ। ਇਹ ਸੁਣ ਕੇ ਸਾਡੀ ਜਾਨ ਵਿੱਚ ਜਾਨ ਆ ਗਈ। ਮੇਰੇ ਸਾਰੇ ਦੋਸਤ ਉਸ ਬਜ਼ੁਰਗ ਨੂੰ ਅਲਵਿਦਾ ਕਹਿ ਰਹੇ ਸਨ। ਥੋੜ੍ਹੀ ਦੇਰ ਤੁਰਨ ਤੋਂ ਬਾਅਦ ਜਿਵੇਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਢਾਬਾ ਢਹਿ ਚੁੱਕਾ ਸੀ। ਮੈਂ ਉੱਚੀ ਉੱਚੀ ਰੌਲਾ ਪਾ ਕੇ ਡਰਾਈਵਰ ਨੂੰ ਸਾਰੀ ਗੱਲ ਦੱਸੀ ਤੇ ਡਰਾਈਵਰ ਨੇ ਬੱਸ ਮੋੜ ਕੇ ਉਸ ਢਾਬੇ ਵੱਲ ਚੱਲ ਪਿਆ। ਜਦੋਂ ਮੈਂ ਬੱਸ ਤੋਂ ਹੇਠਾਂ ਉਤਰੀ ਤਾਂ ਦੇਖਿਆ ਕਿ ਢਾਬਾ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ ਅਤੇ ਉਹ ਬਜ਼ੁਰਗ ਗਾਇਬ ਸੀ ਅਤੇ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ। ਅਸੀਂ ਸਾਰੇ ਫਿਰ ਬੱਸ ਵਿੱਚ ਸਵਾਰ ਹੋ ਗਏ ਸੀ। ਮੈਂ ਬੱਸ ਦੇ ਪਿਛਲੇ ਪਾਸੇ ਦੇਖ ਰਹੀ ਸੀ ਅਤੇ ਮੈਨੂੰ ਉਸ ਢਾਬੇ ਦੇ ਨੇੜੇ ਦਰਖਤਾਂ ਦੇ ਪੱਤਿਆਂ ਵਿੱਚੋਂ ਦੋ ਚਿੱਟੀਆਂ ਧੁੰਦਲੀਆਂ ਆਕਰਤੀਆਂ ਲਹਿਰਾਉਂਦੀਆਂ ਨਜ਼ਰ ਆ ਰਹੀਆਂ ਸਨ। ਉਸੇ ਵੇਲੇ ਹੀ ਡਰਾਈਵਰ ਨੇ ਦੱਸਿਆ ਕਿ ਇਸ ਜੰਗਲ ਵਿੱਚ ਹਮੇਸ਼ਾ ਕੁਝ ਨਾ ਕੁਝ ਅਜੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੀ ਅਸਲੀਅਤ ਕਿਸੇ ਨੂੰ ਪਤਾ ਨਹੀਂ ਲੱਗ ਸਕੀ। ਅਸੀਂ ਸੁਰੱਖਿਅਤ ਮੈਸੂਰ ਪਹੁੰਚ ਗਏ। ਦੋਸਤੋ, ਭਾਵੇਂ ਮੈਂ ਇਹ ਸਭ ਕੁਝ ਪਹਿਲਾਂ ਹੀ ਮਹਿਸੂਸ ਕਰ ਲਿਆ ਸੀ ਪਰ ਇਹ ਨਹੀਂ ਸੀ ਪਤਾ ਕਿ ਇਹ ਹਕੀਕਤ ਬਣ ਜਾਵੇਗੀ। ਅੱਜ ਵੀ ਜਦੋਂ ਮੈਨੂੰ ਮੈਸੂਰ ਦੀ ਯਾਤਰਾ ਦੀ ਘਟਨਾ ਯਾਦ ਆਉਂਦੀ ਹੈ ਤਾਂ ਮੈਂ ਬਹੁਤ ਡਰ ਜਾਂਦੀ ਹਾਂ ਅਤੇ ਮੇਰੇ ਮਨ ਵਿੱਚ ਇਹੀ ਸਵਾਲ ਘੁੰਮਦਾ ਹੈ ਕਿ ਉਸ ਸੁਨਸਾਨ ਜੰਗਲ ਵਿੱਚ ਉਹ ਬੁੱਢਾ ਕੌਣ ਸੀ, ਕਿ ਉਹ ਭੂਤ ਸੀ ਅਤੇ ਕਿੱਥੇ ਗਾਇਬ ਹੋ ਗਿਆ ਸੀ। ਸੋ ਦੋਸਤੋ, ਜੇਕਰ ਤੁਹਾਨੂੰ ਮੇਰੀ ਆਪ ਬੀਤੀ ਪਸੰਦ ਆਈ ਤਾਂ ਸ਼ੇਅਰ ਕਰਨਾ ਨਾ ਭੁੱਲੋ। ਅਗਲੀ ਜੋ ਕਹਾਣੀ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਮੇਰੇ ਇੱਕ ਦੂਰ ਦੇ ਦੋਸਤ ਦੇ ਦਾਦਾ ਜੀ ਦੀ ਕਹਾਣੀ ਹੈ ਜੋ ਉਸੇ ਦੀ ਜ਼ੁਬਾਨੀ ਹੈ। ਤਾਂ ਫਿਰ ਸੁਣਦੇ ਹਾਂ। ਦਸੰਬਰ ਦੀ ਕੜਾਕੇ ਦੀ ਠੰਡ ਦਾ ਸਮਾਂ ਸੀ। ਸੰਘਣੀ ਧੁੰਦ ਦਾ ਪਰਛਾਵਾਂ ਸੀ। ਦਾਦਾ ਜੀ ਸ਼ਹਿਰ ਵਿੱਚ ਕਲਰਕ ਸਨ। ਉਸ ਦਿਨ ਸਾਰੇ ਦਫ਼ਤਰੀ ਕੰਮ ਨਿਬੇੜ ਕੇ ਦਾਦਾ ਜੀ ਜਲਦੀ ਘਰ ਨੂੰ ਜਾ ਰਹੇ ਸਨ। ਦਾਦਾ ਜੀ ਉਸ ਸਮੇਂ
ਦੇ ਵੱਡੇ ਅਫਸਰਾਂ ਵਿੱਚੋਂ ਇੱਕ ਸੀ। ਰੋਜ਼ ਦੀ ਤਰ੍ਹਾਂ ਦਿਨ ਛਿਪਣ ਤੋਂ ਬਾਅਦ ਉਹ ਆਪਣੀ ਕਾਰ ਵਿੱਚ ਘਰ ਲਈ ਰਵਾਨਾ ਹੋਣ ਲੱਗੇ। ਰਸਤੇ ਵਿੱਚ ਉਹਨਾਂ ਨੇ ਬਾਜ਼ਾਰ ਵਿੱਚੋਂ ਕੁਝ ਸਾਮਾਨ ਲੈਣਾ ਸੀ, ਇਸ ਲਈ ਉਹ ਆਪਣੇ ਸਾਥੀਆਂ ਤੋਂ ਵਿਛੜ ਗਏ। ਉਹਨਾਂ ਨੇ ਘਰ ਦਾ ਸਾਮਾਨ ਲੈ ਕੇ ਕਾਰ 'ਤੇ ਘਰ ਆ ਰਹੇ ਸਨ। ਅੱਗੇ ਜਾ ਕੇ ਉਹਨਾਂ ਨੂੰ ਇੱਕ ਮੱਛੀ ਮੰਡੀ ਦਿਖਾਈ ਦਿੱਤੀ ਅਤੇ ਉਹ ਮੱਛੀ ਖਰੀਦਣ ਲਈ ਰੁਕ ਗਏ। ਬਹੁਤ ਸਮਾਂ ਤਾਜ਼ੀ ਮੱਛੀਆਂ ਲੈਣ ਅਤੇ ਦੇਖਣ ਵਿੱਚ ਹੀ ਲੱਗ ਗਿਆ। ਜਦੋਂ ਉਹਨਾਂ ਨੇ ਆਪਣੀ ਘੜੀ ਵੱਲ ਦੇਖਿਆ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਅੱਜ ਉਹਨਾਂ ਨੂੰ ਘਰ ਜਾਣ ਲਈ ਬਹੁਤ ਦੇਰ ਹੋ ਗਈ ਹੈ ਅਤੇ ਇਹ ਸਭ ਕੁਝ ਲੈ ਕੇ ਘਰ ਪਹੁੰਚਣ ਲਈ ਬਹੁਤ ਸਮਾਂ ਲੱਗੇਗਾ। ਇਸ ਲਈ ਉਹਨਾਂ ਨੇ ਆਪਣਾ ਰਸਤਾ ਬਦਲ ਲਿਆ ਅਤੇ ਆਪਣੀ ਕਾਰ ਜੰਗਲ ਵੱਲ ਮੋੜ ਲਈ। ਰਾਤ ਦੇ 10 ਵੱਜ ਚੁੱਕੇ ਸਨ। ਕਾਰ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ। ਫਿਰ ਅਚਾਨਕ ਇੱਕ ਤੇਜ਼ ਬ੍ਰੇਕ ਨਾਲ ਕਾਰ ਨੂੰ ਰੋਕਣਾ ਪਿਆ। ਉਹਨਾਂ ਦੀ ਕਾਰ ਦੇ ਅੱਗੇ ਇੱਕ ਔਰਤ ਉੱਚੀ ਉੱਚੀ ਰੋ ਰਹੀ ਸੀ। ਉਹਨਾਂ ਨੇ ਸੋਚਿਆ ਕਿ ਇਹ ਔਰਤ ਇਸ ਵੀਰਾਨੇ ਵਿੱਚ ਕੀ ਕਰ ਰਹੀ ਹੈ। ਉਹਨਾਂ ਨੇ ਸੋਚਿਆ ਇਹ ਕਿਸੇ ਮਜ਼ਦੂਰ ਦੀ ਪਤਨੀ ਹੋਵੇਗੀ ਜੋ ਘਰ ਛੱਡ ਕੇ ਜੰਗਲ ਵੱਲ ਭੱਜ ਗਈ ਹੈ। ਤਾਂ ਉਹਨਾਂ ਨੇ ਉਸ ਨੂੰ ਪੁੱਛਿਆ, ਤੁਸੀਂ ਇੱਥੇ ਜੰਗਲ ਵਿੱਚ ਕੀ ਕਰ ਰਹੇ ਹੋ? ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਉੱਚੀ ਉੱਚੀ ਰੋਣ ਲੱਗੀ। ਉਸ ਦੀਆਂ ਚੀਕਾਂ ਪੂਰੇ ਜੰਗਲ ਵਿੱਚ ਗੂੰਜ ਰਹੀਆਂ ਸਨ। ਫਿਰ ਦਾਦਾ ਜੀ ਨੇ ਪੁੱਛਿਆ, ਤੇਰਾ ਘਰ ਕਿੱਥੇ ਹੈ? ਪਰ ਉਹ ਕੁਝ ਨਾ ਬੋਲੀ। ਫਿਰ ਦਾਦਾ ਜੀ ਨੇ ਕਿਹਾ, ਚਲੋ ਅੱਜ ਮੇਰੇ ਘਰ ਠਹਿਰੀਏ, ਸਵੇਰੇ ਆਪਣੇ ਘਰ ਚਲੀ ਜਾਈਂ। ਇਹ ਜੰਗਲ ਬਹੁਤ ਸਾਰੇ ਜੰਗਲੀ ਜਾਨਵਰਾਂ ਨਾਲ ਭਰਿਆ ਹੋਇਆ ਹੈ। ਇੱਥੇ ਰਾਤ ਨੂੰ ਨਾ ਰੁਕੋ। ਚਲੋ ਅੱਜ ਮੇਰੇ ਘਰ ਸਾਰਿਆਂ ਲਈ ਖਾਣਾ ਬਣਾ ਕੇ ਅਗਲੇ ਦਿਨ ਆਪਣੇ ਘਰ ਚਲੀ ਜਾਈਂ। ਇਹ ਸੁਣ ਕੇ ਉਹ ਝਟ ਹੀ ਤਿਆਰ ਹੋ ਗਈ ਅਤੇ ਕਾਰ ਵਿੱਚ ਪਿਛਲੀ ਸੀਟ 'ਤੇ ਬੈਠ ਗਈ। ਸਿਰ 'ਤੇ ਵੱਡਾ ਪਰਦਾ ਹੋਣ ਕਾਰਨ ਉਸ ਦਾ ਚਿਹਰਾ ਛੁਪਿਆ ਹੋਇਆ ਸੀ। ਕੁਝ ਦੇਰ ਵਿੱਚ ਕਾਰ ਘਰ ਦੇ ਦਰਵਾਜ਼ੇ 'ਤੇ ਸੀ। ਘਰ ਦੇ ਲੋਕ ਕਦੋਂ ਤੇ ਉਹਨਾਂ ਦੀ ਉਡੀਕ ਕਰ ਰਹੇ ਸੀ। ਕਾਰ ਰੁਕਦਿਆਂ ਹੀ ਮਾਂ ਨੇ ਪੁੱਛਿਆ, ਅੱਜ ਤਾਂ ਬਹੁਤ ਦੇਰ ਹੋ ਗਈ ਹੈ। ਫਿਰ ਉਹਨਾਂ ਨੇ ਸਾਰੀ ਗੱਲ ਮੇਰੀ ਦਾਦੀ ਜੀ ਨੂੰ ਦੱਸੀ ਅਤੇ ਕਿਹਾ ਕਿ ਅੱਜ ਉਸ ਕੋਲੋਂ ਖਾਣਾ ਬਣਵਾ ਲੈ, ਕੱਲ ਸਵੇਰੇ ਉਹ ਆਪਣੇ ਘਰ ਚਲੀ ਜਾਵੇਗੀ। ਇੰਨੀ ਦੇਰ ਰਾਤ ਜੰਗਲ ਵਿੱਚ ਕਿੱਥੇ ਭਟਕੇਗੀ, ਇਸ ਲਈ ਮੈਂ ਇਸ ਨੂੰ ਲੈ ਕੇ ਆਇਆ ਹਾਂ। ਪਰ ਦਾਦੀ ਨੂੰ ਕੁਝ ਸ਼ੱਕ ਸੀ ਕਿ ਕਿਤੇ ਇਹ ਕੋਈ ਚੋਰ ਤਾਂ ਨਹੀਂ ਜੋ ਰਾਤ ਨੂੰ ਸੌਣ ਤੋਂ ਬਾਅਦ ਜਾਂ ਖਾਣਾ ਬਣਾਉਣ ਵੇਲੇ ਘਰ ਦਾ ਸਾਮਾਨ ਚੋਰੀ ਕਰ ਲਵੇ। ਪਰ ਉਹ ਦਾਦਾ ਜੀ ਦੀ ਗੱਲਾਂ ਨੂੰ ਕਿਵੇਂ ਮਨਾ ਕਰ ਸਕਦੀ ਸੀ। ਉਸਨੇ ਉਸ ਔਰਤ ਨੂੰ ਕਿਹਾ, ਦੇਖੋ ਅੱਜ ਤਾਂ ਮੈਂ ਤੈਨੂੰ ਰੱਖ ਰਹੀ ਹਾਂ, ਪਰ ਕੱਲ ਸਵੇਰੇ ਇੱਥੋਂ ਚਲੀ ਜਾਈਂ ਅਤੇ ਰਸੋਈ ਵਿੱਚ ਇਹ ਚੀਜ਼ਾਂ ਚੁੱਕੋ ਅਤੇ ਪਕਾਓ। ਉਸਨੇ ਦੁਬਾਰਾ ਜਵਾਬ ਨਹੀਂ ਦਿੱਤਾ। ਬਸ ਹੂੰ ਹੂੰ ਦੀ ਆਵਾਜ਼ ਆਈ ਅਤੇ ਉਹ ਸਾਰੀਆਂ ਚੀਜ਼ਾਂ ਲੈ ਕੇ ਦਾਦੀ ਮਾਂ ਦੇ ਮਗਰ ਹੋ ਗਈ। ਰਸੋਈ ਵਿੱਚ ਸਾਰਾ ਸਮਾਨ ਰੱਖਣ ਤੋਂ ਬਾਅਦ ਦਾਦੀ ਮਾਂ ਨੇ ਉਸ ਨੂੰ ਜਲਦੀ ਖਾਣਾ ਬਣਾਉਣ ਦੀ ਸਖਤ ਹਿਦਾਇਤ ਦਿੱਤੀ ਅਤੇ ਉੱਥੋਂ ਚਲੀ ਗਈ। ਪਰ ਉਸ ਦਾ ਮਨ ਥੋੜ੍ਹਾ ਪਰੇਸ਼ਾਨ ਸੀ। ਫਿਰ 5 ਮਿੰਟਾਂ ਵਿੱਚ ਰਸੋਈ ਵਿੱਚ ਜਾ ਕੇ ਵੇਖਿਆ ਕਿ ਉਹ ਕੀ ਕਰ ਰਹੀ ਹੈ ਅਤੇ ਉਹ ਵੀ ਦੇਖਣਾ ਚਾਹੁੰਦੀ ਸੀ। ਪਰ ਜਦੋਂ ਉਹ ਉੱਥੇ ਪਹੁੰਚੀ ਤਾਂ ਉਸਨੇ ਦੇਖਿਆ ਕਿ ਮੱਛੀਆਂ ਦਾ ਥੈਲਾ ਬਾਹਰ ਆ ਰਿਹਾ ਸੀ। ਉਸਨੇ ਗੁੱਸੇ ਵਿੱਚ ਬਹੁਤ ਉੱਚੀ ਆਵਾਜ਼ ਵਿੱਚ ਕਿਹਾ, ਇੱਥੇ ਹਰ ਕੋਈ ਭੋਜਨ ਦੀ ਉਡੀਕ ਕਰ ਰਿਹਾ ਹੈ ਅਤੇ ਤੈਨੂੰ ਅਜੇ ਵੀ ਮੱਛੀਆਂ ਕੱਢ ਰਹੀਆਂ। ਕੀ ਤੂੰ ਕੱਲ ਸਵੇਰ ਤੱਕ ਖਾਣਾ ਬਣਾਏਂਗੀ? ਪਰਦਾ ਅਜੇ ਵੀ ਉਸਦੇ ਸਿਰ 'ਤੇ ਸੀ, ਇਸ ਲਈ ਉਸਦਾ ਚਿਹਰਾ ਵੇਖਣਾ ਮੁਸ਼ਕਿਲ ਸੀ। ਦਾਦੀ ਮਾਂ ਨੇ ਉਸ ਨੂੰ ਕਿਹਾ ਕਿ ਤੂੰ ਜਲਦੀ ਖਾਣਾ ਤਿਆਰ ਕਰ, ਮੈਂ ਚੁੱਲ੍ਹਾ ਜਗਾ ਦਿੰਦੀ ਹਾਂ, ਕੰਮ ਜਲਦੀ ਹੋ ਜਾਵੇਗਾ। ਤੇ ਉਹ ਜਲਦੀ ਨਾਲ ਚੁੱਲ੍ਹਾ ਜਗਾਉਣ ਦੀ ਤਿਆਰੀ ਕਰਨ ਲੱਗੀ। ਪਰ ਜਿੰਨਾ ਜ਼ਿਆਦਾ ਉਹ ਦੇਖਣ ਦੀ ਕੋਸ਼ਿਸ਼ ਕਰਦੀ, ਉਨਾ ਹੀ ਉਹ ਪੱਲੂ ਨੂੰ ਖਿੱਚਦੀ ਸੀ। ਆਖਰ ਹਾਰ ਕੇ ਬੋਲੀ, ਦੇਖ ਮੈਂ ਅੱਗ ਬਾਲ ਦਿੱਤੀ ਹੈ, ਹੁਣ ਸਾਰਾ ਕੰਮ ਅੱਗੇ ਤੂੰ ਕਰ। ਜੇ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਮੈਨੂੰ ਆਵਾਜ਼ ਮਾਰ ਦੇਵੀਂ। ਪਰ ਉਸਨੇ ਦੁਬਾਰਾ ਕੁਝ ਨਹੀਂ ਕਿਹਾ। ਹੁਣ ਉਹਨਾਂ ਨੇ ਇੱਥੇ ਚਲੇ ਜਾਣ ਹੀ ਬਿਹਤਰ ਸਮਝਿਆ, ਨਹੀਂ ਤਾਂ ਮੇਰਾ ਵੀ ਸਮਾਂ ਖਰਾਬ ਹੋਵੇਗਾ ਤੇ ਸ਼ਾਇਦ ਤੂੰ ਅਣਜਾਣ ਲੋਕਾਂ ਤੋਂ ਡਰਦੀ ਹੈ। ਇਹ ਸਭ ਸੋਚ ਕੇ ਦਾਦੀ ਨੇ ਉਸ ਨੂੰ ਕਿਹਾ ਕਿ ਮੈਂ ਜਾ ਰਹੀ ਹਾਂ, ਜਲਦੀ ਖਾਣਾ ਪਕਾਓ, ਅਤੇ ਉੱਥੋਂ ਚਲੀ ਗਈ। ਦਾਦੀ ਦਾ ਮਨ ਅਜੇ ਵੀ ਪਰੇਸ਼ਾਨ ਸੀ। ਕਦੇ ਉਹ ਆਪਣੇ ਕਮਰੇ ਵਿੱਚ ਸਭ ਨੂੰ ਦੇਖ ਰਹੀ ਸੀ, ਕਦੇ ਬੱਚਿਆਂ ਵੱਲ, ਕਦੇ ਬਾਹਰ, ਕਿਤੇ ਕੋਈ ਗਲਤ ਘਟਨਾ ਨਾ ਵਾਪਰ ਜਾਵੇ। 1 ਮਿੰਟ ਵੀ ਆਰਾਮ ਨਾਲ ਨਹੀਂ ਬੈਠ ਸਕੀ। ਅਜੇ ਸਿਰਫ 5 ਮਿੰਟ ਹੀ ਹੋਏ ਸਨ, ਪਰ ਉਹਨਾਂ ਲਈ ਉਹ ਸਮਾਂ ਪਹਾੜ ਵਰਗਾ ਸੀ। ਸਮਾਂ ਨਹੀਂ ਲੰਘ ਰਿਹਾ ਸੀ। 8 ਮਿੰਟ ਬੜੀ ਮੁਸ਼ਕਿਲ ਨਾਲ ਲੰਘੇ ਤੇ ਉਹ ਝਟ ਕੁਝ ਸੋਚ ਕੇ ਰਸੋਈ ਵੱਲ ਭੱਜੀ ਅਤੇ ਉੱਥੇ ਪਹੁੰਚ ਕੇ ਰਸੋਈ ਦਾ ਨਜ਼ਾਰਾ ਦੇਖਦੇ ਹੀ ਉਸ ਦੀਆਂ ਅੱਖਾਂ ਚੌੜੀਆਂ ਹੋ ਗਈਆਂ।
ਉਸਦੇ ਪੈਰ ਪੂਰੀ ਤਰ੍ਹਾਂ ਜੰਮ ਗਏ ਸਨ। ਨਾ ਅੱਗੇ ਜਾ ਰਹੇ ਸਨ ਅਤੇ ਨਾ ਪਿੱਛੇ ਜਾ ਰਹੇ ਸਨ। ਉਸਦਾ ਦਿਲ ਧੜਕਣਾ ਬੰਦ ਹੋ ਰਿਹਾ ਸੀ। ਉਹ ਔਰਤ ਰਸੋਈ ਵਿੱਚ ਬੈਠੀ ਸਾਰੀ ਕੱਚੀ ਮਛਲੀਆਂ ਖਾ ਰਹੀ ਸੀ। ਰਸੋਈ ਵਿੱਚ ਹਰ ਪਾਸੇ ਮੱਛੀ ਅਤੇ ਖੂਨ ਖਿਲਰਿਆ ਪਿਆ ਸੀ। ਉਸਦੇ ਸਿਰ ਤੋਂ ਪਰਦਾ ਵੀ ਉਤਰ ਗਿਆ ਸੀ। ਇੰਨਾ ਖੌਫਨਾਕ ਚਿਹਰਾ ਉਸਨੇ ਅੱਜ ਤੱਕ ਨਹੀਂ ਦੇਖਿਆ ਸੀ। ਵਾਲ, ਨਹੁੰ ਸਭ ਵਧੇ ਹੋਏ ਸਨ। ਉਸਨੇ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਕਿਉਂਕਿ ਉਹ ਮੱਛੀਆਂ ਖਾਣ ਵਿੱਚ ਮਗਨ ਸੀ ਤੇ ਕਦੇ-ਕਦੇ ਉਹ ਆਵਾਜ਼ਾਂ ਵੀ ਖੁਸ਼ੀ ਵਿੱਚ ਨਿਕਾਲ ਰਹੀ ਸੀ। ਆਵਾਜ਼ਾਂ ਗੂੰਜ ਰਹੀਆਂ ਸਨ। ਰਸੋਈ ਪਿਛਵਾੜੇ ਵਿੱਚ ਹੋਣ ਕਾਰਨ ਹੋਰ ਲੋਕਾਂ ਦਾ ਧਿਆਨ ਵੀ ਇੱਥੇ ਨਹੀਂ ਆ ਰਿਹਾ ਸੀ। ਦਾਦੀ ਮਾਂ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਰੌਲਾ ਪਾ ਕੇ ਘਰ ਦੇ ਲੋਕਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਆਪਣੇ ਘਰ ਨੂੰ ਚੁੜੇਲ ਤੋਂ ਕਿਵੇਂ ਬਚਾਇਆ ਜਾਵੇ। ਉਸ ਦੇ ਮਨ ਵਿੱਚ ਸਿਰਫ ਰੱਬ ਦਾ ਨਾਂ ਹੀ ਆ ਰਿਹਾ ਸੀ। ਅਚਾਨਕ ਦਾਦੀ ਉਸ ਵੱਲ ਵਧਣ ਲੱਗੀ ਤੇ ਝਟ ਇੱਕ ਥਾਲੀ ਲੈ ਕੇ ਚੁੱਲ੍ਹੇ ਵੱਲ ਦੌੜ ਗਈ। ਡੈਨ ਦੀ ਨਜ਼ਰ ਦਾਦੀ ਮਾਂ 'ਤੇ ਪੈ ਗਈ ਸੀ, ਇਸ ਲਈ ਉਹ ਵੀ ਕੁਝ ਸੋਚ ਕੇ ਆਪਣੀ ਥਾਂ ਤੋਂ ਉੱਠੀ। ਮਾਂ ਕਿਸੇ ਵੀ ਗੱਲ ਵਿੱਚੋਂ ਦੇਰੀ ਨਹੀਂ ਕਰਨਾ ਚਾਹੁੰਦੀ ਸੀ। ਉਹ ਜਾਣਦੀ ਸੀ ਕਿ ਜੇ ਅੱਜ ਥੋੜ੍ਹੀ ਜਿਹੀ ਵੀ ਲਾਪਰਵਾਹੀ ਕੀਤੀ ਗਈ ਤਾਂ ਅਣਗਿਣਤ ਅਣਹੋਣੀ ਗੱਲਾਂ ਹੋ ਜਾਣਗੀਆਂ। ਡੈਨ ਨੇ ਕੁਝ ਕਰਨ ਤੋਂ ਪਹਿਲਾਂ ਉਸ ਨੂੰ ਚੁੱਲ੍ਹੇ 'ਤੇ ਪਹੁੰਚਣਾ ਪਿਆ ਅਤੇ ਚੁੱਲ੍ਹੇ 'ਤੇ ਪਹੁੰਚ ਕੇ ਉਸਨੇ ਬਲਦੇ ਕੋਲੇ ਨਾਲ ਪਲੇਟ ਭਰ ਦਿੱਤੀ ਅਤੇ ਉਸ ਨੂੰ ਡੈਨ ਵੱਲ ਸੁੱਟ ਦਿੱਤਾ। ਅੱਗ ਦੀ ਤਪਿਸ਼ ਕਾਰਨ ਉਹ ਅਜੀਬ ਜਿਹੀਆਂ ਡਰਾਉਣੀਆਂ ਆਵਾਜ਼ਾਂ ਕੱਢਣ ਲੱਗ ਪਈ। ਹੁਣ ਉਸ ਦੀ ਆਵਾਜ਼ ਵੀ ਬਾਹਰ ਜਾ ਰਹੀ ਸੀ। ਸਾਰੇ ਲੋਕ ਬਾਹਰੋਂ ਰਸੋਈ ਵੱਲ ਭੱਜੇ। ਡੈਨ ਹੋ ਦੀਆਂ ਉੱਚੀ ਆਵਾਜ਼ਾਂ ਕੱਢ ਰਹੀ ਸੀ ਅਤੇ ਸਾਰੀ ਰਸੋਈ ਵਿੱਚ ਭੱਜ ਰਹੀ ਸੀ ਅਤੇ ਦਾਦੀ ਮਾਂ ਨੂੰ ਵੀ ਫੜਨਾ ਚਾਹੁੰਦੀ ਸੀ। ਉਹ ਹੋਰ ਵੀ ਡਰੀ ਹੋਈ ਸੀ ਕਿਉਂਕਿ ਲੋਕਾਂ ਦੀ ਭੀੜ ਰਸੋਈ ਵਿੱਚ ਆ ਗਈ ਸੀ। ਲੋਕਾਂ ਦੀ ਭੀੜ ਨੂੰ ਪਾਸੇ ਕਰਦੀ ਹੋਈ ਉਹ ਬਾਹਰ ਜੰਗਲ ਵੱਲ ਭੱਜ ਗਈ। ਇਹ ਨਜ਼ਾਰਾ ਦੇਖ ਸਾਰੇ ਲੋਕ ਡਰ ਕੇ ਖੜੇ ਹੋ ਗਏ ਤੇ ਸਾਰਿਆਂ ਦਾ ਦਿਲ ਦਾਦੀ ਮਾਂ ਦੀ ਹਿੰਮਤ ਦੀ ਤਾਰੀਫ ਕਰ ਰਿਹਾ ਸੀ। ਦੋਸਤੋ, ਤੁਸੀਂ ਵੀ ਆਪਣੀ ਕਹਾਣੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਬਾਕੀ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ, ਕਮੈਂਟ ਕਰਕੇ ਦੱਸੋ। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ 'ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਅਤੇ ਸਾਡੇ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਹਮਣੇ ਦਿਖ ਰਹੇ ਵੀਡੀਓ 'ਤੇ ਕਲਿੱਕ ਕਰਕੇ ਜ਼ਰੂਰ ਦੇਖੋ। ਤੁਹਾਨੂੰ ਇਹ ਵੀ ਪਸੰਦ ਆਉਣਗੇ। ਤਾਂ ਫਿਰ ਚੱਲਦੇ ਹਾਂ, ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।